ਹੈਲੋ एवरीवन। ਅੱਜ ਆਪਾਂ ਲਾਸਟ ਵਾਲੇ ਲੈਕਚਰ ਨੂੰ ਕੰਟੀਨਿਊ ਕਰਦੇ ਹੋਏ ਲਾਸਟ ਆਪਾਂ ਕੀ ਕੀਤਾ ਹੈ ਪੋਜੀਸ਼ਨ ਟਾਈਮ ਗ੍ਰਾਫ ਨੂੰ ਡਿਸਕਸ ਕੀਤਾ ਹੈ। ਅੱਜ ਆਪਾਂ ਕੀ ਕਰਨਾ ਵੈਲੋਸਿਟੀ ਟਾਈਮ ਗ੍ਰਾਫ ਨੂੰ ਡਿਸਕਸ ਕਰਨਾ। ਸੋ ਅੱਜ ਵੈਲੋਸਿਟੀ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਲਾਸਟ ਦੇ ਵਿੱਚ ਕੀਤੀਆਂ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਐਕਸ ਐਕਸਿਸ ਤੇ ਆਪਾਂ ਕਿਹਨੂੰ ਲੈਣਾ ਸੀ ਟਾਈਮ ਐਕਸਿਸ ਨੂੰ ਤੇ ਸੈਕਿੰਡ ਵਾਲੇ ਵਾਈ ਐਕਸਿਸ ਤੇ ਆਪਾਂ ਲੈਣਾ ਹੁੰਦਾ ਅਨਦਰ ਕੁਆਂਟੀਟੀ ਜਿਵੇਂ ਕਿ ਇਹਦੇ ਵਿੱਚ ਆਪਾਂ ਕੀ ਵੈਲੋਸਿਟੀ ਲੈਣੀ ਹੈ। ਠੀਕ ਆ। ਸੋ ਜਿਵੇਂ ਆਪਾਂ ਲਾਸਟ ਸਮਝਿਆ ਹੈ ਕਿ ਗ੍ਰਾਫ ਕਿਵੇਂ ਦੇਖਣੇ ਹੁੰਦੇ ਆ। ਸੋ ਸੇਮ ਤਰੀਕੇ ਨੇ ਆਪਾਂ ਇੱਥੇ ਵੈਲੋਸਿਟੀ ਤੇ ਟਾਈਮ ਦੇ ਗ੍ਰਾਫ ਨੂੰ ਦੇਖਾਂਗੇ। ਆਪਾਂ ਟਾਈਮ ਦੇ ਵਿਦ ਰਿਸਪੈਕਟ ਟੂ ਦੇਖਾਂਗੇ ਕਿ ਆਬਜੈਕਟਿਵ ਵੈਲੋਸਿਟੀ ਵੇਰੀ ਕਰਦੀ ਪਈ ਆ ਕਿ ਨਹੀਂ ਕਰਦੀ ਪਈ, ਜੇ ਕਰਦੀ ਹੈ ਕਿ ਯੂਨੀਫਾਰਮ ਆ ਕਿ ਨੋਨ ਯੂਨੀਫਾਰਮ ਆ। ਸੋ ਜੇ ਆਪਾਂ ਮੰਨ ਲਈਏ ਕਿ ਕਿਸੇ ਆਬਜੈਕਟਿਵ ਵੈਲੋਸਿਟੀ ਆ in terms of meter per second 2 4 6 8 10 मीटर पर सेकंड। सो टाइम 1 2 3 4 5 ਸੈਕਿੰਡਸ ਦੇ ਵਿੱਚ। ਠੀਕ ਆ। ਸੋ ਜੇ ਆਪਾਂ ਮੰਨ ਲਈਏ ਕਿ ਜਦੋਂ ਆਪਾਂ ਕੋਈ ਵੀ ਆਬਜੈਕਟ ਆ ਵਾਹੀਕਲ ਆ ਮੂਵ ਕਰਦਾ ਪਿਆ ਸੋ ਮੰਨ ਲੈਂਦੇ ਕਿਉਂਕਿ ਇਹ 4 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ। ਜਦੋਂ ਅਸੀਂ ਉਹਦੀ ਆਬਜ਼ਰਵੇਸ਼ਨ ਲੈਣੀ ਸਟਾਰਟ ਕੀਤੀ ਅਸੀਂ ਦੇਖਿਆ ਕਿ ਜਦੋਂ ਟਾਈਮ 1 ਸੈਕਿੰਡ ਸੀ ਉਦੋਂ ਦੀ ਵੈਲੋਸਿਟੀ ਕਿੰਨੀ ਸੀ 4 ਮੀਟਰ ਪਰ ਸੈਕਿੰਡ। ਦੂਜੇ ਸੈਕਿੰਡ ਤੇ ਸੈਕਿੰਡ ਤੇ ਵੈਲੋਸਿਟੀ 4 ਹੀ ਆ, थर्ड सैकेंड भी 4 ही आ, फोर्थ सैकेंड भी 4 ही आ। मीनस कि वो ऑब्जेक्ट अपनी वेलोसिटी चेंज नहीं करता पाया तो जिन्ना मर्जी टाइम लैप्स हो जाए वो वेलोसिटी की 4 मीटर पर सैकेंड ही रहनी है। ठीक है। सो ये की है एक कर्व आ गई जी कि पैरेलल आ टाइम एक्सिस के पैरेलल आ। ठीक है। सो ये अपन की शो करता पाया कि जोड़ा ऑब्जेक्ट है वो वेलोसिटी टाइम के नाल चेंज नहीं होती पई। तो यदा की मीनिंग है कि एक किहड़ी वेलोसिटी फिर इन्हों आप बोलांगे कॉन्सटेंट वेलोसिटी, कॉन्सटेंट वेलोसिटी। ठीक है। ਜੇ ਆਪਾਂ ਇਹਦੇ ਪੈਰਲਲ ਇੱਕ ਪੋਜੀਸ਼ਨ ਟਾਈਮ ਗ੍ਰਾਫ ਵਾਲਾ ਜਿਹੜੀ ਆਪਾਂ ਸੇਮ ਚੀਜ਼ ਕੀਤੀ ਸੀ ਜੇ ਉਹਨੂੰ ਅਪਲੋਡ ਕਰੀਏ ਸੋ ਪੋਜੀਸ਼ਨ ਟਾਈਮ ਗ੍ਰਾਫ ਦੇ ਵਿੱਚ ਆਪਾਂ ਕੀ ਇੱਕ ਇਸੇ ਤਰ੍ਹਾਂ ਦਾ ਕੇਸ ਕੀਤਾ ਹੈ ਜਿਹਦੇ ਵਿੱਚ ਆਪਾਂ ਇੱਕ ਲਾਈਨ ਟਾਈਮ ਐਕਸਿਸ ਦੇ ਪੈਰਲਲ ਅਪਲੋਡ ਕੀਤੀ ਹੈ ਬਟ ਡਿਫਰੈਂਸ ਕੀ ਹੈ ਉੱਥੇ ਵੈਲੋਸਿਟੀ ਨਹੀਂ ਇੱਥੇ ਪੋਜੀਸ਼ਨ ਹੀ। ਸੋ ਜੇ ਆਪਾਂ ਇਸ ਤਰ੍ਹਾਂ ਇੱਕ ਪੈਰਲਲ ਅਪਲੋਡ ਕਰਦੇ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਸੀ ਰੈਸਟ ਪੋਜੀਸ਼ਨ ਨੂੰ। ਬਟ ਇਹਦੇ ਵਿੱਚ ਆਪਾਂ ਇਹ ਚੀਜ਼ ਨੋਟ ਕਰਦੇ ਪਏ ਹਾਂ ਕਿ ਜਿਹੜਾ ਆਪਣਾ ਆਬਜੈਕਟ ਆ ਉਹ ਰੈਸਟ ਪੋਜੀਸ਼ਨ 'ਤੇ ਨਹੀਂ ਆ, ਉਹ ਮੋਸ਼ਨ ਦੇ ਵਿੱਚ ਆ ਬਟ ਇੱਕ ਕੀ ਆ ਕੌਨਸਟੈਂਟ ਵੈਲੋਸਿਟੀ ਦੇ ਨਾਲ ਕੀ ਆ ਮੂਵ ਕਰਦਾ ਪਿਆ। ਸੋ ਤੁਸੀਂ ਹਰ ਗ੍ਰਾਫ ਦੇ ਵਿੱਚ ਆਹ ਵਾਲੇ ਪੈਰਾਮੀਟਰਸ ਦਾ ਧਿਆਨ ਰੱਖਣਾ ਵਾ ਕਿਉਂਕਿ ਹਰ ਗ੍ਰਾਫ ਦੇ ਵਿੱਚ ਲਾਈਨਸ ਤੇ ਉਸੇ ਤਰ੍ਹਾਂ ਦੀਆਂ ਰਹਿਣਗੀਆਂ ਬਟ ਜਿਹੜੀਆਂ ਇਹਨਾਂ ਦੇ ਮੀਨਿੰਗਸ ਆ ਉਹ ਕੀ ਆ ਡਿਫਰੈਂਟ ਹੋਣਗੇ ਹਰ ਵਾਰੀ। ਠੀਕ ਆ। ਸੋ ਫਸਟ ਕੇਸ ਆਪਾਂ ਦੇਖ ਲਿਆ ਕਿਹਦਾ ਕੌਨਸਟੈਂਟ ਵੈਲੋਸਿਟੀ ਦਾ। ਹੁਣ ਆਪਾਂ ਫਰਦਰ ਮੂਵ ਕਰਦੇ ਹਾਂ। ਸੋ ਸੈਕਿੰਡ ਵਿੱਚ ਆਪਾਂ ਫਿਰ ਇਹੀ ਹੋਰ ਕੇਸ ਲੈ ਕੇ ਚੱਲਦੇ ਮੰਨ ਲਓ ਕਿ ਆਪਣਾ ਫਿਰ ਉਹੀ ਟਾਈਮ ਕੀ ਇਨ ਟਰਮਸ ਆਫ ਸੈਕਿੰਡ ਆ, ਇੱਧਰਲੇ ਪਾਸੇ ਕੀ ਆ ਵੈਲੋਸਿਟੀ ਇਨ ਟਰਮਸ ਆਫ ਮੀਟਰ ਪਰ ਸੈਕਿੰਡ। ਠੀਕ ਆ। ਸੋ ਹੁਣ ਆਪਾਂ ਇਹ ਚੀਜ਼ ਦੇਖੀਏ ਕਿ ਜੇ ਆਬਜੈਕਟ ਦੀ ਵੈਲੋਸਿਟੀ ਟਾਈਮ ਦੇ ਨਾਲ ਚੇਂਜ ਹੁੰਦੀ ਪਈ ਹੈ ਦੈਨ ਕਿਵੇਂ ਦਾ ਗ੍ਰਾਫ ਬਣੂਗਾ। ਸੋ ਆਪਾਂ ਇਹੀ ਲੈ ਲੈਂਦੇ ਹਾਂ ਟਾਈਮ 1 2 3 4 5 ਸੈਕਿੰਡ, ਇੱਧਰਲੇ ਪਾਸੇ ਵੈਲੋਸਿਟੀ 2 4 6 8 10। ਸੋ ਵੈਲੋਸਿਟੀ ਧਿਆਨ ਰੱਖਣੀ ਹੈ ਮੀਟਰ ਪਰ ਸੈਕਿੰਡ ਦੇ ਵਿੱਚ ਤੇ ਟਾਈਮ ਆਪਣਾ ਕੀ ਆ ਸੈਕਿੰਡ ਦੇ ਵਿੱਚ। ਸੋ ਜੇ ਆਪਾਂ ਇਹ ਚੀਜ਼ ਦੇਖੀਏ ਕਿ ਜਦੋਂ ਟਾਈਮ 1 ਸੈਕਿੰਡ ਸੀ ਜਦੋਂ ਟਾਈਮ 0 ਸੀ ਆਪਣਾ ਆਬਜੈਕਟ ਕੀ ਮੂਵ ਕਰਨਾ ਸਟਾਰਟ ਕੀਤਾ। ਜਦੋਂ ਟਾਈਮ 1 ਸੈਕਿੰਡ ਹੋਇਆ ਆਬਜੈਕਟਿਵ ਵੈਲੋਸਿਟੀ ਕਿੰਨੀ ਹੈਗੀ 2 ਮੀਟਰ ਪਰ ਸੈਕਿੰਡ। ਜਦੋਂ ਟਾਈਮ 2 ਹੋਇਆ ਆਬਜੈਕਟਿਵ ਵੈਲੋਸਿਟੀ 4 ਮੀਟਰ ਪਰ ਸੈਕਿੰਡ, 3 ਤੇ 6 ਮੀਟਰ ਪਰ ਸੈਕਿੰਡ, 4 ਤੇ 8 ਸੋ ਔਨ ਅਪ ਟੂ। ਸੋ ਜੇ ਆਪਾਂ ਇਹ ਵਾਲਾ ਗ੍ਰਾਫ ਬਣਾਈਏ ਤੇ ਇਹ ਵਾਲਾ ਗ੍ਰਾਫ ਕੀ ਆਪਣੇ ਕੋਲ ਇੱਕ ਸਟ੍ਰੇਟ ਲਾਈਨ ਗ੍ਰਾਫ ਬਣਦਾ। ਤੇ ਆਪਾਂ ਇਹ ਚੀਜ਼ ਲਾਸਟ ਸਮਝੀਏ ਕਿ ਜਿਹੜੀ ਸਟ੍ਰੇਟ ਲਾਈਨ ਗ੍ਰਾਫ ਬਣਦਾ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਇੱਕ ਯੂਨੀਫਾਰਮ ਨੂੰ ਰਿਪਰੈਜ਼ੈਂਟ ਕਰਦਾ। ਸੋ ਯੂਨੀਫਾਰਮ ਕੀ ਆ ਪੋਜੀਸ਼ਨ ਦੇ ਵਿੱਚ ਆਪਾਂ ਵੇਖਿਆ ਸੀ ਯੂਨੀਫਾਰਮ ਮੋਸ਼ਨ ਹੀ ਬਟ ਇਹ ਕਿਹਦਾ ਗ੍ਰਾਫ ਆ ਵੈਲੋਸਿਟੀ ਟਾਈਮ ਦਾ। ਸੋ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਇੱਕ ਯੂਨੀਫਾਰਮ ਵੈਲੋਸਿਟੀ ਨੂੰ ਰਿਪਰੈਜ਼ੈਂਟ ਕਰਦਾ ਪਿਆ। ਠੀਕ ਆ। ਜਿਹਦੇ ਪੈਰਲਲ ਮੈਂ ਤੁਹਾਨੂੰ ਇੱਕ ਰੀਕੈਪੀਟੂਲੇਸ਼ਨ ਦੇ ਲਈ ਪੋਜੀਸ਼ਨ ਟਾਈਮ ਗ੍ਰਾਫ ਅਪਲੋਡ ਕਰਦਾ। ਸੋ ਪੋਜੀਸ਼ਨ ਟਾਈਮ ਗ੍ਰਾਫ ਦੇ ਵਿੱਚ ਜਿਹੜੀ ਆਹ ਚੀਜ਼ ਹੈ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ ਯੂਨੀਫਾਰਮ ਮੋਸ਼ਨ ਨੂੰ। ਸੋ ਆਹ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ ਯੂਨੀਫਾਰਮ ਵੈਲੋਸਿਟੀ ਨੂੰ। ਬਾਕੀ ਜਿਹੜੀਆਂ ਰਿਮੇਨਿੰਗ ਥਿੰਗਸ ਆ ਉਹ ਸੇਮ ਹੀ ਆ ਕਿ ਜੇ ਆਪਾਂ ਅਨਦਰ ਆਬਜੈਕਟ ਲਈਏ ਹੁਣ ਇਹਦਾ ਸਲੋਪ ਜ਼ਿਆਦਾ ਇਹਦਾ ਸਲੋਪ ਘੱਟ ਆ। ਸੋ ਇਹਦਾ ਕੀ ਮੀਨਿੰਗ ਹੈ ਇਹ ਵੀ ਹੈ ਤੇ ਯੂਨੀਫਾਰਮ ਵੈਲੋਸਿਟੀ ਆ ਬਟ ਇਹਦਾ ਸਲੋਪ ਜ਼ਿਆਦਾ ਹੋਣ ਕਰਕੇ ਇਹਦੀ ਵੈਲੋਸਿਟੀ ਕੀ ਆ ਜ਼ਿਆਦਾ ਜਲਦੀ ਚੇਂਜ ਹੁੰਦੀ ਪਈ ਆ। ਸੋ ਇਹ ਕੀ ਹੀ ਇਹਦੇ ਵਿੱਚ ਆਪਾਂ ਹੁਣੇ ਦੇਖਿਆ ਕਿ ਸਲੋਪ ਦੇ ਵਿਦ ਰਿਸਪੈਕਟ ਟੂ ਦੇਖਿਆ ਪੋਜੀਸ਼ਨ ਟਾਈਮ ਦੇ ਵਿੱਚ ਕੀ ਹੀ ਯੂਨੀਫਾਰਮ ਮੋਸ਼ਨ ਹੀ ਮੀਨਸ ਕਿ ਆਬਜੈਕਟ ਇਕੁਅਲ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ ਹੀ ਇਹਦੇ ਵਿੱਚ ਵੈਲੋਸਿਟੀ ਕੀ ਹੀ ਕੌਨਸਟੈਂਟ ਬਣਦੀ ਪਈ ਸੀ ਜਦੋਂ ਕਿ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਕੌਨਸਟੈਂਟ ਵੈਲੋਸਿਟੀ ਨੂੰ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਪਿਆ। ਜੇ ਆਪਾਂ ਯੂਨੀਫਾਰਮ ਮੋਸ਼ਨ ਦੀ ਗੱਲ ਕਰਦੇ ਪਏ ਤੇ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ ਐਕਸਲਰੇਸ਼ਨ ਨੂੰ ਕਿਉਂਕਿ ਇਹਦੇ ਵਿੱਚ ਕੀ ਹੈ ਵੈਲੋਸਿਟੀ ਕੰਟੀਨਿਊਸਲੀ ਕੀ ਆ ਵੱਧਦੀ ਪਈ ਹੈ ਵਿਦ ਰਿਸਪੈਕਟ ਟੂ ਟਾਈਮ। ਸੋ ਆਪਾਂ ਇਹ ਚੀਜ਼ ਪੜ੍ਹੀ ਸੀ ਕਿ ਜਿਵੇਂ ਜਿਵੇਂ ਵੈਲੋਸਿਟੀ ਵੱਧਦੀ ਹੈ ਤੇ ਆਬਜੈਕਟ ਕੀ ਹੈ ਐਕਸਲਰੇਟ ਹੁੰਦਾ। ਸੋ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ ਪੋਜ਼ਿਟਿਵ ਐਕਸਲਰੇਸ਼ਨ ਨੂੰ। ਇਨ ਕੇਸ ਜੇ ਗ੍ਰਾਫ ਤੁਹਾਡਾ ਇਦਾਂ ਦਾ ਹੋ ਜੇ ਦੈਨ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ ਇੱਕ ਨੈਗੇਟਿਵ ਐਕਸਲਰੇਸ਼ਨ ਮੀਨਸ ਰਿਟਾਰਡੇਸ਼ਨ ਨੂੰ। ਇਹਦੇ ਵਿੱਚ ਕੀ ਹੈ ਵੈਲੋਸਿਟੀ ਦਾ ਨੈਗੇਟਿਵ ਵਾਲੇ ਪਾਸੇ ਮੂਵ ਕਰਦੀ ਪਈ ਆ ਕਿਉਂਕਿ ਆਪਾਂ ਪੜ੍ਹੀ ਸੀ ਵੈਲੋਸਿਟੀ ਕੀ ਤਿੰਨ ਤਰ੍ਹਾਂ ਦੀ ਹੋ ਸਕਦੀ ਪੋਜ਼ਿਟਿਵ ਨੈਗੇਟਿਵ ਤੇ ਜ਼ੀਰੋ। ਸੋ ਆਹ ਵਾਲਾ ਕਿਹੜਾ ਕੇਸ ਬਣ ਜਾਂਦਾ ਵਾ ਨੈਗੇਟਿਵ ਵੈਲੋਸਿਟੀ ਦਾ। ਇਹਦੇ ਵਿੱਚ ਕੀ ਆ ਰਿਟਾਰਡੇਸ਼ਨ ਆ ਜਾਂਦੀ ਹੈ ਮੀਨਸ ਨੈਗੇਟਿਵ ਐਕਸਲਰੇਸ਼ਨ ਆ ਜਾਂਦੀ ਹੈ। ਠੀਕ ਆ।
सो अपना ਜਿਹੜਾ ਲਾਸਟ ਹੈ ਉਹੀ ਰਹਿ ਗਿਆ, ਇੱਕ ਯੂਨੀਫਾਰਮ ਦਾ ਹੋ ਗਿਆ, ਕਨਸਟੈਂਟ ਦਾ ਹੋ ਗਿਆ, ਤੇ ਇੱਕ ਰਹਿ ਗਿਆ ਹੁਣ ਨॉन ਯੂਨੀਫਾਰਮ ਵੈਲੋਸਿਟੀ। ਸੋ ਨॉन ਯੂਨੀਫਾਰਮ ਵੈਲੋਸਿਟੀ ਦੇ ਵਿੱਚ ਫਿਰ ਉਹੀ ਦੋ ਕੇਸ ਆ ਜਾਣਗੇ ਕਿ ਇੱਕ ਇਨਕਰੀਜ਼ਿੰਗ ਤੇ ਇੱਕ ਡਿਕਰੀਜ਼ਿੰਗ ਵਾਲਾ। ਸੋ ਜਿਹੜਾ ਟਾਈਮ ਆ ਇਧਰਲੇ ਪਾਸੇ ਵੈਲੋਸਿਟੀ ਆ। ਹੁਣ ਆਪਾਂ ਇਹ ਪ੍ਰੀਵੀਅਸ ਤੋਂ ਵੀ ਸਮਝਿਆ, ਹੁਣ ਤੋਂ ਵੀ ਸਮਝਿਆ ਕਿ ਜਿੰਨਾ ਸਲੋਪ ਜ਼ਿਆਦਾ ਹੋਊਗਾ ਉਨੀ ਵੈਲੋਸਿਟੀ ਵੀ ਕੀ ਆ ਜ਼ਿਆਦਾ ਹੁੰਦੀ ਆ। ਸੋ ਜੇ ਆਪਾਂ ਵੈਲੋਸਿਟੀ ਇਨਕਰੀਜ਼ਿੰਗ ਸ਼ੋ ਕਰਨਾ ਚਾਹੁੰਦੇ ਇਹਦਾ ਕੀ ਮੀਨਿੰਗ ਆ ਕਿ ਪਹਿਲਾਂ ਸਲੋਪ ਘੱਟ ਹੋਊਗਾ, ਬਾਅਦ ਚੋਂ ਕੀ ਸਲੋਪ ਵੱਧਦਾ ਜਾਊਗਾ। ਸੋ ਇਹਦਾ ਕੀ ਆ ਸੇਮ ਹੀ ਗ੍ਰਾਫ ਜਿਵੇਂ ਪੋਜੀਸ਼ਨ ਟਾਈਮ ਦਾ। ਸੋ ਆਹ ਵਾਲਾ ਗ੍ਰਾਫ ਕਿਹਨੂੰ ਰਿਪਰੈਜ਼ੈਂਟ ਕਰਦਾ ਵਾ ਇਨਕਰੀਜ਼ਿੰਗ ਵੈਲੋਸਿਟੀ ਨੂੰ। ਸੋ ਵੈਲੋਸਿਟੀ ਇਨਕਰੀਜ਼ਿੰਗ ਆ ਮੀਨਿੰਗ ਸੇਮ ਹੀ ਆ, ਵੈਲੋਸਿਟੀ ਇਨਕਰੀਜ਼ਿੰਗ ਮਤਲਬ ਐਕਸਲਰੇਸ਼ਨ ਆ। ਜੇ ਇਸ ਤੋਂ ਉਲਟ ਬਣਾ ਦਿੱਤਾ ਜਾਵੇ ਇੱਕ ਡਿਕਰੀਜ਼ਿੰਗ ਵੈਲੋਸਿਟੀ ਵਾਲਾ, ਸੋ ਇਹਦੇ ਵਿੱਚ ਕੀ ਆ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਰਿਟਾਰਡੇਸ਼ਨ ਨੂੰ। ਹੈਗੇ ਸੇਮ ਹੀ ਆ ਦੋਨੋਂ ਗ੍ਰਾਫ ਕਿਹਦੇ ਆ ਨॉन ਯੂਨੀਫਾਰਮ ਵੈਲੋਸਿਟੀ ਨੂੰ ਰਿਪਰੈਜ਼ੈਂਟ ਕਰਦੇ ਪਏ ਆ। ਸੋ ਇਧਰਲੇ ਪਾਸੇ ਆਪਣੇ ਟਾਈਮ, ਇਧਰਲੇ ਪਾਸੇ ਕੀ ਆ ਵੈਲੋਸਿਟੀ ਆ। ਸੋ ਵੈਲੋਸਿਟੀ ਦੇ ਆਪਣੇ ਚਾਰ ਗ੍ਰਾਫ, ਫਸਟ ਹੈਗਾ ਕਾਂਸਟੈਂਟ ਵੈਲੋਸਿਟੀ ਦਾ, ਸੈਕੰਡ ਹੈਗਾ ਯੂਨੀਫਾਰਮ ਵੈਲੋਸਿਟੀ ਦਾ, ਥਰਡ ਤੇ ਫੋਰਥ ਹੈਗੇ ਆਪਣੇ ਕੋਲ ਨॉन ਯੂਨੀਫਾਰਮ ਵੈਲੋਸਿਟੀ ਦੇ। ਇਹਦੇ ਵਿੱਚ ਕੀ ਆ ਵੈਲੋਸਿਟੀ ਇਨਕਰੀਜ਼ਿੰਗ ਆ, ਇਹਦੇ ਵਿੱਚ ਕੀ ਆ ਵੈਲੋਸਿਟੀ ਡਿਕਰੀਜ਼ਿੰਗ ਆ। ਮੈਥਡ ਇਨਕਰੀਜ਼ਿੰਗ ਡਿਕਰੀਜ਼ਿੰਗ ਦੇਖਣ ਦਾ ਸੇਮ ਹੀ ਆ ਕਿ ਸਲੋਪ ਉਹਦਾ ਵੱਧਦਾ ਪਿਆ ਟਾਈਮ ਦੇ ਨਾਲ ਕਿ ਘਟਦਾ ਪਿਆ। ਜੇ ਵੱਧਦਾ ਪਿਆ ਦੈਨ ਵੈਲੋਸਿਟੀ ਕੀ ਇਨਕਰੀਜ਼ਿੰਗ ਹੈ, ਜੇ ਘਟਦਾ ਪਿਆ ਦੈਨ ਵੈਲੋਸਿਟੀ ਕੀ ਆ ਡਿਕਰੀਜ਼ਿੰਗ। ਸੋ ਹੁਣ ਆਪਾਂ ਕੀ ਦੇਖਿਆ ਗ੍ਰਾਫ 'ਤੇ ਆਪਾਂ ਦੇਖ ਲਏ ਕਾਂਸਟੈਂਟ ਵੈਲੋਸਿਟੀ ਯੂਨੀਫਾਰਮ ਤੇ ਨॉन ਯੂਨੀਫਾਰਮ ਦੇ। ਹੁਣ ਆਪਾਂ ਅਸਲ ਜੇ ਚੀਜ਼ ਦੇਖਣਾ ਚਾਹੁੰਦੇ ਕਿ ਆਪਾਂ ਨੂੰ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਹੈ ਕਿਹਦੇ ਬਾਰੇ ਇਨਫੋਰਮੇਸ਼ਨ ਦਿੰਦਾ। ਫਸਟ ਤੇ ਆਪਾਂ ਡਿਸਕਸ ਕੀਤਾ ਹੀ ਆ ਕਿ ਵੈਲੋਸਿਟੀ ਟਾਈਮ ਗ੍ਰਾਫ ਤੋਂ ਆਪਾਂ ਐਕਸਲਰੇਸ਼ਨ ਦੇਖ ਸਕਦੇ ਹਾਂ। ਫਿਰ ਵੀ ਇੱਕ ਵਾਰੀ ਨੂੰ ਆਪਾਂ ਦੁਬਾਰਾ ਦੇਖਦੇ ਹਾਂ ਕਿ ਕਿਵੇਂ ਉਹ ਤੋਂ ਆਪਾਂ ਕੀ ਐਕਸਲਰੇਸ਼ਨ ਫਾਈਂਡ ਕਰ ਸਕਦੇ। ਸੋ ਮੰਨ ਲਓ ਕਿ ਇੱਕ ਕੀ ਹੈ ਵੈਲੋਸਿਟੀ ਟਾਈਮ ਗ੍ਰਾਫ ਆ ਜਿਹਦੇ ਵਿੱਚ ਆਪਾਂ ਟਾਈਮਸ ਦੇ in terms of second ਆਪਾਂ ਲੈ ਲਿਆ 1 2 3 4 5 ਸੈਕਿੰਡ ਤੇ ਵੈਲੋਸਿਟੀ ਆਪਾਂ ਲੈ ਲੈਂਦੇ in terms of ਮੀਟਰ ਪਰ ਸੈਕਿੰਡ 2 4 6 8 10 ਠੀਕ ਆ। ਸੋ ਮੰਨ ਲਓ ਕੋਈ ਵੀ ਆਬਜੈਕਟ ਇੱਕ ਯੂਨੀਫਾਰਮ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ। ਸੋ ਆਪਾਂ ਮੰਨ ਲੈਂਦੇ ਕਿ ਜੇ ਉਹਦਾ ਕੀ ਹੈ ਇੱਕ ਯੂਨੀਫਾਰਮ ਮੋਸ਼ਨ ਨੂੰ ਰਿਪਰੈਜ਼ੈਂਟ ਕਰਦਾ ਪਿਆ। ਸੋ ਆਪਾਂ ਲਾਸਟ ਵੀ ਡਿਸਕਸ ਕੀਤਾ ਹੈ ਪੋਜੀਸ਼ਨ ਟਾਈਮ ਦੇ ਵਿੱਚ ਕਿ ਆਪਾਂ ਕੀ ਇੱਕ ਸਲੋਪ ਦੀ ਹੈਲਪ ਦੇ ਨਾਲ ਉਹ ਚੀਜ਼ਾਂ ਨੂੰ ਕੀ ਹੈ ਕੈਲਕੂਲੇਟ ਕਰਦੇ। ਸੋ ਇੱਥੇ ਵੀ ਉਹੀ ਫਾਰਮੂਲਾ ਲੱਗੂ ਸਲੋਪ ਵਾਲਾ। ਸੋ ਆਪਾਂ ਇਸ ਲਾਈਨ ਦੇ ਉੱਪਰ ਕਿਤੇ ਵੀ ਕੋਈ ਵੀ ਦੋ ਪੁਆਇੰਟ ਕੰਸੀਡਰ ਕਰ ਲੈਣੇ। ਸੋ ਮੰਨ ਲਓ ਕਿ ਮੈਂ ਇੱਕ ਆਹ ਵਾਲਾ ਪੁਆਇੰਟ ਲੈ ਲਿਆ ਤੇ ਕੋਈ ਵੀ ਰੈਂਡਮਲੀ ਇੱਥੇ ਪੁਆਇੰਟ ਲੈ ਲਿਆ ਠੀਕ ਆ। ਸੋ ਆਪਾਂ ਕੋਈ ਵੀ ਦੋ ਪੁਆਇੰਟ ਲੈ ਲਏ A ਤੇ B। ਸੋ ਇਹਦੇ ਵਿੱਚ ਆਪਾਂ ਕੀ x1 y1 ਤੇ x2 y2 ਦੇਖਣੇ। ਸੋ ਆਪਾਂ ਇਹਦੇ x1 ਤੇ y1 ਦੇਖਿਆ, x1 ਆਪਣਾ ਕਿੰਨਾ ਆ ਗਿਆ 2 ਤੇ y1 ਕਿੰਨਾ ਆ ਗਿਆ 4। ਸਿਮਿਲਰਲੀ ਆਪਾਂ ਇੱਥੇ ਦੇਖਿਆ। ਸੋ ਇੱਥੇ ਕੀ ਆਪਣਾ x2 4 ਤੇ y2 ਆਪਣਾ ਆ ਗਿਆ 8। ਸੋ ਆਪਣੇ ਕੋਲ ਕੀ ਹੈ ਦੋ ਵੈਲਿਊਜ਼ ਆ ਗਈਆਂ x1 y1 ਤੇ x2 y2। ਸਲੋਪ ਦਾ ਫਾਰਮੂਲਾ ਲਾਇਆ, ਸਲੋਪ ਕਿਹਦੇ ਬਰਾਬਰ ਹੀ y2 ਮਾਈਨਸ y1। ਸੋ y2 ਮਾਈਨਸ y1 ਮੀਨਸ 8 ਮਾਈਨਸ 4 अपॉन x2 माइनस x1 मीन 4 माइनस 2। सो 8 माइनस 4 4 अपॉन 2 कितना आ गया अपने को 2। ਹੁਣ ਇਹ 2 ਹੈ ਕੀ ਆ ਦੱਸਦਾ ਕੀ ਆ। ਸੋ ਇਹਨੂੰ ਆਪਾਂ ਦੇਖਾਂਗੇ ਆਪਾਂ ਕੀ ਲਾਇਆ y2 ਮਾਈਨਸ y1। ਸੋ y ਵਾਲੀ ਐਕਸਿਸ ਤੇ ਕੀ ਆਪਣੇ ਕੋਲ ਵੈਲੋਸਿਟੀ ਆ। ਸੋ ਮੀਨਸ ਕਿ ਜਿਹੜਾ ਉੱਪਰ ਵਾਲਾ ਪਾਰਟ ਹੈ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ ਵੈਲੋਸਿਟੀ ਨੂੰ ਰਿਪਰੈਜ਼ੈਂਟ ਕਰਦਾ ਪਿਆ। ਤੇ ਜਿਹੜਾ ਡਿਨੋਮੀਨੇਟਰ ਦੇ ਪਾਰਟ ਆ ਡਿਨੋਮੀਨੇਟਰ ਕੀ ਹੈ x2 ਮਾਈਨਸ x1 ਮੀਨ x ਐਕਸਿਸ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ टाइम ਨੂੰ रिप्रेजेंट करता पाया। सो अपने को बनया कि बेसिकली वेलोसिटी अपॉन टाइम। सो वेलोसिटी अपॉन टाइम कहते आप चीज़ पढ़ी है कि होंगी है एक्सेलरेशन होंगी है। सो यदा कि मीनिंग है आ टू क्वांटिटी किनू रिप्रेजेंट करती भी एक्सेलरेशन। सो ये यूनिट लिखे की बनते मीटर पर सैकेंड स्केल। सो आप देखिए जो वेलोसिटी टाइम ग्राफ आ कि दसदा पाया कि जो ऑब्जेक्ट मूव करता पाया उसकी एक्सेलरेशन की है। सो आप कितनी देखी 2 मीटर पर सैकेंड स्केल वो की है एक्सेलरेशन है। जो आ वाला ऑब्जेक्ट ने मोशन की गल की। सो फस्ट चीज़ तो आपको वेलोसिटी टाइम ग्राफ तो ये मिलती है कि ऑब्जेक्ट की एक्सेलरेशन कितनी है पॉजिटिव है या नैगेटिव वो अकॉर्डिंग टू फॉर्मूला ऑटोमैटिकली की है निकल होती है ठीक है। सो फस्ट चीज़ तो ये होगी हम सैकेंड होर अपने बारे की इन्फॉर्मेशन दिंदा। सो आप फॉर्मूले तो देख सकते हैं। सो फॉर्मूला अपने पता कि वेलोसिटी का वेलोसिटी कि बराबर होंगी है वेलोसिटी इज इक्वल टू डिसप्लेसमेंट अपॉन टाइम ठीक है। जे आप टाइम वाला फैक्ट इधर लिया क्रॉस मल्टीप्लाई करके सो डिसप्लेसमेंट कि बराबर आ गई वेलोसिटी इनटू टाइम ठीक है। सो मीनस कि जे अं वेलोसिटी टाइम ग्राफ के वेलोसिटी टाइम मल्टीप्लाई करते हैं तो आपको कि बारे इन्फॉर्मेशन मिलती है डिसप्लेसमेंट बारे। इन्हों आप ग्राफ में समझते किमें। सो आप सारे फस्ट ग्राफ किया है वेलोसिटी टाइम के जिहदे की है अपने को कॉन्सटेंट वेलोसिटी होंगी ही ठीक है। सो मान लो कि कोई भी की है ऑब्जेक्ट की कॉन्सटेंट वेलोसिटी है। सो ये की है ऑब्जेक्ट की एक कॉन्सटेंट वेलोसिटी के नाल मूव करता पाया जिन्नी भी वेलोसिटी v0 मान लो तो टाइम अपना कि वही लैप्स हो रहा। सो मैं ये चीज़ देखना चाहता मैं कि जो टाइम का इंटरवल 2 तो 3 सैकेंड का ही उदों जो अपना ऑब्जेक्ट है उन्हें किन्नी डिसप्लेसमेंट कवर की। सो इसका की मीनिंग है कि जे 2 सैकेंड तो 3 सैकेंड लाइन लाई जाए। सो ये की है 2 तो 3 सैकेंड की लाइन लाई हूँ ये की देखते पे वेलोसिटी इनटू टाइम।
ਸੋ ਜਿਹੜੀ ਆਹ ਵਾਲੀ ਲਾਈਨ ਹੈ ਇਹ ਕਿਹਨੂੰ ਰਿਪਰੈਜ਼ੈਂਟ ਕਰਦੀ ਵੀ ਵਰਟੀਕਲ ਵਾਲੀ ਵੈਲੋਸਿਟੀ ਨੂੰ, ਤੇ ਹੋਰੀਜ਼ੋਨਟਲ ਵਾਲੀ ਕਿਹਨੂੰ ਰਿਪਰੈਜ਼ੈਂਟ ਕਰਦੀ ਵੀ ਟਾਈਮ ਨੂੰ। ਸੋ ਆਪਾਂ ਨੂੰ ਪਤਾ ਵਾ ਕਿ ਆ ਜਿਹੜੀ ਇੱਕ ਜਿਹਨੂੰ ਨਾਮ ਦੇਈਏ A B C ਤੇ D, ਇਹ ਕੀ ਬਣਦੀ ਪਈ, ਇੱਕ ਰੈਕਟੈਂਗਲ ਬਣਦੀ ਪਈ ਆ। ਰੈਕਟੈਂਗਲ ਕਿਸ ਟਾਈਪ ਦੀ ਹੈ, ਕੁਛ ਇਸ ਟਾਈਪ ਦੀ ਕੀ ਹੈ, ਰੈਕਟੈਂਗਲ ਆ। ਤੇ ਆਪਾਂ ਨੂੰ ਇਹ ਚੀਜ਼ ਪਤਾ ਰੈਕਟੈਂਗਲ ਦੇ ਵਿੱਚ ਕਿ ਜੇ ਆਪਾਂ ਆਹ ਵਾਲੀ ਸਾਈਡ ਨੂੰ ਆਹ ਵਾਲੀ ਸਾਈਡ ਨਾਲ ਮਲਟੀਪਲਾਈ ਕਰੀਏ ਤੇ ਕੀ ਹੁੰਦਾ ਵਾ, ਏਰੀਆ ਆਫ ਦਾ ਰੈਕਟੈਂਗਲ ਮੀਨਸ ਜਾਂ ਲੈਂਥ ਹੋਵੇ ਜਾਂ ਬ੍ਰੈਡਥ ਹੋਵੇ, ਲੈਂਥ ਇਨਟੂ ਬ੍ਰੈਡਥ ਕੀ ਹੁੰਦੀ ਹੈ, ਏਰੀਆ ਆਫ ਦਾ ਰੈਕਟੈਂਗਲ। ਸੋ ਮੀਨਸ ਕਿ ਵੈਲੋਸਿਟੀ ਇਨਟੂ ਟਾਈਮ ਦਾ ਕੀ ਮੀਨਿੰਗ ਆ ਕਿ ਜਿਹੜਾ ਆਹ ਵਾਲਾ ਆਪਣੇ ਕੋਲ ਏਰੀਆ ਹੋਊਗਾ ਇਹ ਕਿਹਨੂੰ ਰਿਪਰੈਜ਼ੈਂਟ ਕਰੂਗਾ, ਇਸ ਟਾਈਮ ਇੰਟਰਵਲ ਦੇ ਵਿੱਚ ਆਬਜੈਕਟ ਨੇ ਕਿੰਨੀ ਡਿਸਪਲੇਸਮੈਂਟ ਕਵਰ ਕੀਤੀ। ਸੋ ਇਹਦਾ ਕੀ ਮੀਨਿੰਗ ਹੈ ਕਿ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਦਾ ਏਰੀਆ ਉਹ ਸਾਨੂੰ ਕਾਹਦੇ ਬਾਰੇ ਦੱਸਦਾ ਵਾ, ਉਸ ਆਬਜੈਕਟ ਦੀ ਡਿਸਪਲੇਸਮੈਂਟ ਕਵਰ ਬਾਰੇ ਇਨਫੋਰਮੇਸ਼ਨ ਦਿੰਦਾ। ਸੋ ਆਪਾਂ ਇੱਥੋਂ ਕੀ ਆ ਹੁਣ ਦੋ ਚੀਜ਼ਾਂ ਦੇਖੀਆਂ, ਫਸਟ ਕੀ ਆ ਸਾਨੂੰ ਐਕਸਲਰੇਸ਼ਨ ਬਾਰੇ ਇਨਫੋਰਮੇਸ਼ਨ ਮਿਲਦੀ ਹੈ, ਸੈਕੰਡ ਕੀ ਹੈ ਵੈਲੋਸਿਟੀ ਟਾਈਮ ਗ੍ਰਾਫ ਜਿਹੜਾ ਏਰੀਆ ਉਹ ਸਾਨੂੰ ਕਿਹਦੇ ਬਾਰੇ ਦੱਸਦਾ, ਡਿਸਪਲੇਸਮੈਂਟ ਬਾਰੇ ਦੱਸਦਾ। ਸੋ ਆਪਾਂ ਪੋਜੀਸ਼ਨ ਟਾਈਮ ਤੇ ਵੈਲੋਸਿਟੀ ਟਾਈਮ ਗ੍ਰਾਫ ਬਾਰੇ ਪੜ੍ਹ ਲਿਆ। ਹੁਣ ਇਹਨਾਂ ਵਿੱਚ ਆਪਾਂ ਕੀ ਰਿਲੇਸ਼ਨ ਦੇਖਦੇ ਹਾਂ ਕਿ ਜੇ ਪੋਜੀਸ਼ਨ ਟਾਈਮ ਗ੍ਰਾਫ ਤੋਂ ਵੈਲੋਸਿਟੀ ਕਿਵੇਂ ਕੱਢਣੀ ਜਾਂ ਵੈਲੋਸਿਟੀ ਟਾਈਮ ਗ੍ਰਾਫ ਤੋਂ ਅਸੀਂ ਪੋਜੀਸ਼ਨ ਜਾਂ ਡਿਸਪਲੇਸਮੈਂਟ ਕਿਵੇਂ ਕੱਢਣੀ ਹੈ। ਸੋ ਜੇ ਤੇ ਆਪਣੇ ਕੋਲ ਕੀ ਪੋਜੀਸ਼ਨ ਟਾਈਮ ਗ੍ਰਾਫ ਗਿਵਨ ਆ ਉਹ ਤੋਂ ਇਹ ਵੈਲੋਸਿਟੀ ਕੱਢਣੀ ਹੈ, ਦੈਨ ਅਸੀਂ ਕਿਵੇਂ ਕੱਢਾਂਗੇ, ਅਸੀਂ ਪੋਜੀਸ਼ਨ ਟਾਈਮ ਗ੍ਰਾਫ ਤੋਂ ਸਲੋਪ ਕੈਲਕੂਲੇਟ ਕਰਾਂਗੇ ਤੇ ਆਪਾਂ ਨੂੰ ਸਲੋਪ ਕਿਹਦੇ ਬਾਰੇ ਦੱਸੂਗਾ, ਉਸ ਸਬਜੈਕਟ ਦੀ ਵੈਲੋਸਿਟੀ ਕੀ ਹੈਗੀ ਹੈ। ਜੇ ਆਪਣੇ ਕੋਲ ਵੈਲੋਸਿਟੀ ਟਾਈਮ ਗ੍ਰਾਫ ਗਿਵਨ ਆ ਦੈਨ ਆਪਾਂ ਕੀ ਦੇਖਣਾ ਚਾਹੁੰਦੇ ਕਿ ਉਸ ਆਬਜੈਕਟ ਨੇ ਕਿੰਨੀ ਡਿਸਪਲੇਸਮੈਂਟ ਕਵਰ ਕਰ ਲਈ, ਦੈਨ ਅਸੀਂ ਕੀ ਕਰਦੇ ਹਾਂ, ਏਰੀਆ ਕੈਲਕੂਲੇਟ ਕਰਦੇ ਹਾਂ। ਠੀਕ ਆ, ਸੋ ਇਹਦੀ ਹੈਲਪ ਨਾਲ ਕਿ ਅਸੀਂ ਪੋਜੀਸ਼ਨ ਤੋਂ ਵੈਲੋਸਿਟੀ ਚਲ ਜਾਂਦੇ ਤੇ ਵੈਲੋਸਿਟੀ ਟਾਈਮ ਤੋਂ ਪੋਜੀਸ਼ਨ ਵਾਲੇ ਪਾਸੇ ਨੂੰ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਸੋ ਇਸੇ ਨੂੰ ਜੇ ਆਪਾਂ ਐਕਸਟੈਂਡ ਕਰੀਏ, ਹਜੇ ਆਪਾਂ ਵੈਸੇ ਪੜ੍ਹਿਆ ਤੇ ਨਹੀਂ ਬਟ ਪੜਾਂਗੇ ਆਪਾਂ। ਨੈਕਸਟ ਆਪਾਂ ਕੀ ਕਰਨਾ ਸੀ, ਐਕਸਲਰੇਸ਼ਨ ਟਾਈਮ ਗ੍ਰਾਫ ਕਰਨਾ ਸੀ। ਸੋ ਸੇਮ ਹੀ ਹੈ, ਜੇ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਤੋਂ ਐਕਸਲਰੇਸ਼ਨ ਕੱਢਣਾ ਚਾਹੁੰਦੇ ਹਾਂ, ਇਹ ਚੀਜ਼ ਤੇ ਆਪਾਂ ਕਰ ਲਈ। ਆਪਾਂ ਕਿਵੇਂ ਕੈਲਕੂਲੇਟ ਕਰਦੇ ਇਹਨੂੰ, ਆਪਾਂ ਸਲੋਪ ਕੱਢ ਕੇ ਇਹਨੂੰ ਕੈਲਕੂਲੇਟ ਕਰਦੇ ਹਾਂ। ਜੇ ਤੇ ਇਸੇ ਤਰ੍ਹਾਂ ਰਿਵਰਸ ਐਕਸਲਰੇਸ਼ਨ ਟਾਈਮ ਗ੍ਰਾਫ ਤੋਂ ਇਹ ਚੀਜ਼ ਦੇਖਣਾ ਚਾਹੁੰਦੇ ਵੈਲੋਸਿਟੀ, ਦੈਨ ਉਹ ਕਿਵੇਂ ਕੱਢਾਂਗੇ ਆਪਾਂ, ਏਰੀਆ ਦੀ ਹੈਲਪ ਦੇ ਨਾਲ। ਸੋ ਆਹ ਚੀਜ਼ ਕੀ ਹੈ, ਤੁਹਾਨੂੰ ਇਹ ਚੀਜ਼ ਨੂੰ ਮੈਮੋਰਾਈਜ਼ ਕਰਨ ਦੇ ਵਿੱਚ ਹੈਲਪ ਕਰੂਗੀ ਕਿ ਜੇ ਆਪਣੇ ਕਿਹੜਾ ਗ੍ਰਾਫ ਗਿਵਨ ਹੈ ਤੇ ਅਸੀਂ ਕਿਹੜੀ ਚੀਜ਼ ਸਲੋਪ ਜਾਂ ਏਰੀਆ ਕੱਢ ਕੇ ਅਸੀਂ ਕੀ ਕੈਲਕੂਲੇਟ ਕਰ ਸਕਦੇ ਹਾਂ। ਠੀਕ ਆ, ਸੋ ਹੁਣ ਆਪਾਂ ਵੈਲੋਸਿਟੀ ਦੇ ਟਾਈਮ ਗ੍ਰਾਫ ਨੂੰ ਇੱਕ ਨਿਊਮੈਰੀਕਲ ਪ੍ਰੋਬਲਮ ਦੇ ਨਾਲ ਡਿਟੇਲ ਦੇ ਵਿੱਚ ਸਮਝਦੇ ਹਾਂ ਕਿ ਜੇ ਆਪਾਂ ਡਿਸਪਲੇਸਮੈਂਟ ਕੱਢਣੀ ਹੈ ਤੇ ਕਿਸ ਤਰੀਕੇ ਨਾਲ ਕੱਢਣੀ ਹੈ। ਸੋ ਇਹਦੇ ਵਿੱਚ ਆਪਾਂ ਦੇਖਦੇ ਪਏ ਕਿ ਵੈਲੋਸਿਟੀ ਦੇ ਟਾਈਮ ਗ੍ਰਾਫ ਦੇ ਵਿੱਚ ਡਿਫਰੈਂਟ ਟਾਈਮ ਦੇ ਉੱਪਰ ਇਹਦੀ ਡਿਫਰੈਂਟ ਟਾਈਪ ਦੀ ਮੋਸ਼ਨ ਆ। ਜਿਵੇਂ ਇੱਥੇ ਕੀ ਇੱਕ ਯੂਨੀਫਾਰਮ ਮੋਸ਼ਨ ਆ, ਫਿਰ ਕਾਂਸਟੈਂਟ ਆ, ਫਿਰ ਇੱਕ ਨੈਗੇਟਿਵ ਯੂਨੀਫਾਰਮ ਆ, ਫਿਰ ਪੋਜ਼ਿਟਿਵ ਯੂਨੀਫਾਰਮ, ਫਿਰ ਨੈਗੇਟਿਵ ਯੂਨੀਫਾਰਮ ਆ। ਸੋ ਇਹਦੇ ਵਿੱਚ ਆਪਾਂ ਦੇਖਣਾ ਕੀ ਹੈ ਕਿ ਆ ਜਿੰਨੀ ਨੇ ਜਰਨੀ ਕਿਸੇ ਵੀ ਆਬਜੈਕਟ ਨੇ ਜਾਂ ਵਹੀਕਲ ਨੇ ਕੀਤੀ, ਇਹਨੇ ਟੋਟਲ ਕਿੰਨਾ ਡਿਸਪਲੇਸਮੈਂਟ ਜਾਂ ਕਿੰਨਾ ਡਿਸਟੈਂਸ ਕਵਰ ਕੀਤਾ। ਸੋ ਆਪਾਂ ਦੇਖਿਆ ਹੀ ਕਿ ਜੇ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਦੇ ਉੱਪਰੋਂ ਡਿਸਟੈਂਸ ਜਾਂ ਡਿਸਪਲੇਸਮੈਂਟ ਕੱਢਣਾ ਚਾਹੁੰਦੇ ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਉਸ ਪਰਟੀਕੂਲਰ ਟਾਈਮ ਇੰਟਰਵਲ ਦੇ ਅਕ੍ਰੋਸ ਉਹਦਾ ਏਰੀਆ ਕੈਲਕੂਲੇਟ ਕਰਨਾ ਪਊਗਾ। ਸੋ ਇਹਦੇ ਵਿੱਚ ਕੀ ਆਪਾਂ ਡਿਫਰੈਂਟ ਟਾਈਮ ਇੰਟਰਵਲਸ ਦੇ ਵਿੱਚ ਇਹਦਾ ਡਿਫਰੈਂਟ ਏਰੀਆ ਦੇਖਾਂਗੇ। ਜਿਵੇਂ ਕਿ ਇਨ ਇੰਟਰਵਲ ਆ, ਫਿਰ ਇੱਕ ਆ ਇੰਟਰਵਲ ਟੁੱਟਦਾ ਪਿਆ, ਫਿਰ ਕਾਹ ਵਾ। ਸੋ ਇਸ ਕਰਵ ਦਾ ਜਿਹੜੀ OABC ਇਹਨੂੰ ਆਪਾਂ ਨੇਮਿੰਗ ਦੇ ਦਿੰਦੇ ਹਾਂ। ਸੋ ਜਿਹੜੀ ਆਪਣੀ ਫਸਟ ਕਰਵ ਆ OABC, ਇੰਨਾ ਏਰੀਆ ਕੈਲਕੂਲੇਟ ਕਰਨ ਲਈ ਆਪਣੇ ਕੋਲ ਦੋ ਮੈਥਡ ਆ। ਜਾਂ ਤਾਂ ਫਸਟ ਹੈਗਾ ਆਪਾਂ ਇਨੀ ਟ੍ਰਾਇੰਗਲ ਦਾ ਪਲੱਸ ਇਨੀ ਰੈਕਟੈਂਗਲ ਪਲੱਸ ਇਨੀ ਟ੍ਰਾਇੰਗਲ ਦਾ ਏਰੀਆ ਕੱਢ ਕੇ ਕੈਲਕੂਲੇਟ ਤਿੰਨਾਂ ਨੂੰ ਸਮ ਅਪ ਕਰ ਲਈਏ। ਜਾਂ ਸੈਕਿੰਡ ਹੈ ਕਿ ਇੱਕ ਟਰਪੀਜ਼ੀਅਮ ਫਾਰਮ ਬਣਦੀ ਪਈ, ਜਾਂ ਡਾਇਰੈਕਟ ਆਪਾਂ ਗਿਆ ਟਰਪੀਜ਼ੀਅਮ ਦਾ ਫਾਰਮੂਲਾ ਲਾ ਦਈਏ। ਸੋ ਮੈਂ ਇੱਥੇ ਡਾਇਰੈਕਟ ਟਰਪੀਜ਼ੀਅਮ ਦਾ ਫਾਰਮੂਲਾ ਲਾਉਂਗਾ, ਜੇ ਤੁਹਾਨੂੰ ਇਹ ਕਨਵੀਨੀਅੰਟ ਲੱਗਦਾ ਓਕੇ, ਨਹੀਂ ਤਾਂ ਤੁਸੀਂ ਕੀ ਆ ਫਸਟ ਇਨੀ ਟ੍ਰਾਇੰਗਲ ਦਾ ਪਲੱਸ ਰੈਕਟੈਂਗਲ ਪਲੱਸ ਅਗੇਨ ਟ੍ਰਾਇੰਗਲ ਦਾ ਕੱਢ ਕੇ ਸਮ ਕਰ ਸਕਦੇ ਹੋ। ਠੀਕ ਹੈ, ਟਰਪੀਜ਼ੀਅਮ ਦਾ ਫਾਰਮੂਲਾ ਕਿੰਦਾ, ਫਾਰਮੂਲਾ ਆਫ ਟਰਪੀਜ਼ੀਅਮ ਕਿਹਦੇ ਬਰਾਬਰ ਆ, ਹਾਫ ਇਨਟੂ ਸਮ ਆਫ ਪੈਰਲਲ ਸਾਈਡਸ into distance between parallel sides। सो ਇਹਦਾ ਕੀ ਮੀਨਿੰਗ ਆ, ਕਿੰਨਾ ਆ ਗਿਆ, ਹਾਫ ਸਮ ਆਫ ਪੈਰਲਲ ਸਾਈਡਸ। ਪੈਰਲਲ ਸਾਈਡਸ ਕਿਹੜੀਆਂ ਆਪਣੇ OC ਪਲੱਸ AB, ਤੇ ਡਿਸਟੈਂਸ ਕਿੰਨਾ ਇਹਦੇ ਵਿਚਕਾਰ, ਜਿਹਨੂੰ ਆਪਾਂ H ਕਹਿ ਲਈਏ, ਡਿਸਟੈਂਸ ਕਿੰਨਾ AH। ਠੀਕ ਆ, ਸੋ O to C ਕਿੰਨੇ ਯੂਨਿਟ ਆਪਣੇ ਕੋਲ 4, ਤੇ A to B ਕਿੰਨਾ ਆਪਣੇ ਕੋਲ 1 ਯੂਨਿਟ। ਸੋ ਕਿੰਨਾ ਆ ਗਿਆ ਆਪਣੇ ਕੋਲ, ਹਾਫ ਇੰਟੂ 4 ਪਲੱਸ 1 ਇੰਟੂ ਹਾਈਟ A to H। ਹਾਈਟ ਕਿੰਨੀ ਆਪਣੇ ਕੋਲ 4 ਯੂਨਿਟ ਦੀ। ਸੋ ਕਿੰਨਾ ਆ ਗਿਆ ਆਪਣੇ ਕੋਲ 2, 5 ਇੰਟੂ 2 10। ਸੋ ਆਪਣੇ ਕੋਲ ਆਹ ਵਾਲਾ ਕਿੰਨੀ ਡਿਸਟੈਂਸ ਐਂਡ ਡਿਸਪਲੇਸਮੈਂਟ ਆ ਗਈ 10 ਮੀਟਰ ਦੀ। ਸੋ ਇਹਦੇ ਵਿੱਚ ਆਪਾਂ ਲਿਖ ਦਿੰਦੇ 10 ਮੀਟਰ। ਸੋ ਇਹ ਕਿਹਦੀ ਆਈ OABC ਤੱਕ। ਠੀਕ ਆ, ਹੁਣ ਨੈਕਸਟ ਆਪਾਂ ਕਿਹਦੀ ਕੈਲਕੂਲੇਟ ਕਰਨੀ ਹੈ, CDE ਦੀ। ਸੋ ਇਹ ਕੀ ਹੈ, ਟ੍ਰਾਇੰਗਲ ਬਣਦੀ ਇੱਕ। ਸੋ ਆਪਾਂ ਨੂੰ ਪਤਾ ਟ੍ਰਾਇੰਗਲ ਏਰੀਆ ਕੈਲਕੂਲੇਟ ਕਰਨਾ ਤਾਂ ਉਹ ਕਿਹਦੇ ਬਰਾਬਰ ਹੁੰਦਾ ਵਾ,
ਹਾਫ ਬੇਸ ਇਨਟੂ ਉਹਦੀ ਹਾਈਟ। ਸੋ ਇਹਦੇ ਵਿੱਚ ਕੀ ਆ, ਏਰੀਆ ਆਫ ਟਰਾਇੰਗਲ। ਸੋ ਏਰੀਆ ਆਫ ਟਰਾਇੰਗਲ ਕਿਹਦੇ ਬਰਾਬਰ ਆ, ਹਾਫ ਇਨਟੂ ਬੇਸ ਇਨਟੂ ਹਾਈਟ। ਸੋ ਇਹਦੇ ਵਿੱਚ ਕੀ, ਹਾਫ ਬੇਸ ਆਪਣਾ ਕਿੰਨਾ ਟਰਾਇੰਗਲ ਦਾ, ਸੀ ਤੋਂ ਈ, ਸੀ ਈ, ਤੇ ਹਾਈਟ ਕਿੰਨੀ ਆਪਣੇ ਕੋਲ ਇਹਦੀ ਜੇ ਤੋਂ ਡੀ ਆਪਾਂ ਜੇ ਲੈ ਲਈ ਇਹਦੀ ਹਾਈਟ। ਸੋ ਕਿੰਨਾ ਆ ਗਿਆ, ਹਾਫ ਬੇਸ ਕਿੰਨਾ ਆਪਣਾ 4 ਤੋਂ 6 ਮੀਨਸ 2 ਯੂਨਿਟ ਦਾ, ਤੇ ਹਾਈਟ ਕਿੰਨੀ ਇਹਦੀ 0 ਤੋਂ ਲੈ ਕੇ 4 ਤੱਕ। ਸੋ ਹਾਈਟ ਕਿੰਨੀ ਆ ਗਈ 4। ਸੋ ਇਹ ਟੋਟਲ ਕਿੰਨਾ ਆ ਗਿਆ ਆਪਣੇ ਕੋਲ 4 ਮੀਟਰ। ਸੋ ਜਿਹੜਾ ਇਹਦਾ ਏਰੀਆ ਆ ਗਿਆ ਕਿੰਨਾ ਆ ਗਿਆ 4 ਮੀਟਰ। ਸੋ ਅਗੇਨ ਜਿਹੜੀ ਅਗਲੀ ਹੈ EFG, ਇਹ ਵੀ ਸਾਰੀ ਟ੍ਰਾਇੰਗਲ ਐਗਜ਼ੈਕਟਲੀ ਇਹਦੇ ਇਕੁਅਲ ਹੀ ਆ, ਕਿਉਂਕਿ ਇਹਦਾ ਬੇਸ ਵੀ 2 ਆ, ਇਹਦੀ ਹਾਈਟ ਵੀ ਕਿੰਨੀ ਹੈ 4 ਹੀ ਆ। ਸੋ ਇਹਦਾ ਕੀ ਮੀਨਿੰਗ ਹੈ, ਜਿਹੜਾ ਇਹਦਾ ਏਰੀਆ ਉਹ ਵੀ ਕਿੰਨਾ ਹੈ ਨਾ 4 ਮੀਟਰ ਆਏ ਨਾ। ਸੋ ਇਸ ਤਰ੍ਹਾਂ ਜਿੰਨੇ ਵੀ ਮੋਸ਼ਨ ਹੋ ਆਪਾਂ ਕੀ ਇਹਦੇ ਸਾਰੇ ਦਾ ਕੀ ਹੈ ਏਰੀਆ ਕੈਲਕੂਲੇਟ ਕਰ ਲੈਣਾ। ਹੁਣ ਧਿਆਨ 'ਚ ਦੇਣ ਵਾਲੀ ਕਿਹੜੀ ਗੱਲ ਆ, ਇੱਥੇ ਤੁਸੀਂ ਆਹ ਚੀਜ਼ ਨੋਟਿਸ ਕਰੋ, ਇਹ ਤੋਂ ਉੱਪਰ ਕੀ ਹੈ ਡਾਇਰੈਕਸ਼ਨ ਵੱਖਰੀ ਹੈ, ਇਹ ਤੋਂ ਥੱਲੇ ਵਾਲੀ ਕੀ ਤੋਂ ਆਪੋਜ਼ਿਟ ਆ। ਸੋ ਆਪਾਂ ਇਹ ਚੀਜ਼ ਸਟਾਰਟਿੰਗ ਦੇ ਸਮਝੀ, ਜੋ ਡਾਇਰੈਕਸ਼ਨ ਆਪੋਜ਼ਿਟ ਹੁੰਦੀ ਉਹਨੂੰ ਕਿੰਨਾ ਰਿਪਰੈਜ਼ੈਂਟ ਕਰਦੇ ਸੀ, ਨੈਗੇਟਿਵ ਸਾਈਨ ਨਾਲ। ਸੋ ਬੇਸਿਕਲੀ ਮੀਨਿੰਗ ਕੀ ਹੈ, ਜਿਹੜੀ ਆਹ ਵਾਲੀ ਡਿਸਪਲੇਸਮੈਂਟ ਆ ਰਹੀ ਹੈ ਆਪਣੇ ਕੀ ਹੈ ਨੈਗੇਟਿਵ ਆ, ਤੇ ਆਹ ਵਾਲੀ ਦੋਨੋਂ ਕੀ ਆ ਪੋਜ਼ਿਟਿਵ ਆ। ਸੋ ਜੇ ਆਪਾਂ ਟੋਟਲ ਸਮ ਕਰੀਏ ਕਿੰਨਾ ਹੁੰਦਾ 10 ਆ ਨੈਗੇਟਿਵ, ਅਗਲੀ ਪੋਜ਼ਿਟਿਵ, ਕਿੰਨਾ ਆ ਗਿਆ ਆਪਣੇ ਕੋਲ ਟੋਟਲ ਡਿਸਪਲੇਸਮੈਂਟ ਕਿੰਨੀ ਹੋਈ 10 ਮੀਟਰ। ਠੀਕ ਆ। ਸੋ ਨੈਗੇਟਿਵ ਦਾ ਬੇਸਿਕਲੀ ਮੀਨਿੰਗ ਕੀ ਹੈ ਕਿ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸਟਾਰਟ ਕਰ ਗਿਆ। ਠੀਕ ਆ। ਜੇ ਆਪਾਂ ਡਿਸਟੈਂਸ ਦੀ ਗੱਲ ਕਰੀਏ, ਇਹ ਆਪਣੇ ਕੋਲ ਕੀ ਸੀ ਡਿਸਪਲੇਸਮੈਂਟ। ਜੇ ਆਪਾਂ ਡਿਸਟੈਂਸ ਦੀ ਗੱਲ ਕਰਾਂਗੇ ਤੇ ਆਪਾਂ ਡਿਸਟੈਂਸ ਦੇ ਵਿੱਚ ਇਹ ਚੀਜ਼ ਪੜ੍ਹੀ ਸੀ ਕਿ ਡਿਸਟੈਂਸ ਕਦੇ ਵੀ ਨੈਗੇਟਿਵ ਨਹੀਂ ਹੁੰਦਾ, ਹਮੇਸ਼ਾ ਕੀ ਆ ਪੋਜ਼ਿਟਿਵ ਹੀ ਹੁੰਦਾ। ਸੋ ਇਹਦੇ ਵਿੱਚ ਜਿਹੜਾ ਆ 4 ਮੀਟਰ ਆਪਾਂ ਨੇ ਵੀ ਕੀ ਆ ਪੋਜ਼ਿਟਿਵ ਹੀ ਲੈ ਕੇ ਚੱਲਣਾ ਪਊ। ਸੋ ਡਿਸਟੈਂਸ ਕਿੰਨਾ ਬਣ ਜਾਂਦਾ 10 + 4 + 4। ਸੋ ਡਿਸਟੈਂਸ ਕਿੰਨਾ ਵਾ 18 ਮੀਟਰ, ਜਦੋਂ ਕਿ ਡਿਸਪਲੇਸਮੈਂਟ ਕਿੰਨੀ ਆਪਣੇ ਕੋਲ 10 ਮੀਟਰ ਦੀ ਹੈ। ਸੋ ਇਹ ਚੀਜ਼ ਆਪਾਂ ਵੈਲੋਸਿਟੀ ਟਾਈਮ ਗ੍ਰਾਫ ਤੋਂ ਇਸ ਤਰ੍ਹਾਂ ਹਰ ਇੱਕ ਮੋਸ਼ਨ ਦੀ ਡਿਸਪਲੇਸਮੈਂਟ ਜਾਂ ਡਿਸਟੈਂਸ ਕੀ ਹੈ ਕੈਲਕੂਲੇਟ ਕਰ ਸਕਦੇ। ਸੋ ਅੱਜ ਲਈ ਬਸ ਇੰਨਾ ਹੀ। ਆਪਾਂ ਨੈਕਸਟ ਵੀਡੀਓ ਦੇ ਵਿੱਚ ਐਕਸਲਰੇਸ਼ਨ ਟਾਈਮ ਬਾਰੇ ਡਿਸਕਸ ਕਰਾਂਗੇ। ਸੋ ਥੈਂਕ ਯੂ। ਜੇ ਤੁਹਾਡੀ ਫਿਰ ਵੀ ਕੋਈ ਕੁਐਰੀ ਹੋਈ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ। ਥੈਂਕ ਯੂ।